ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਸਮਾਜ ਦੇ ਬੁੱਧੀਜੀਵੀ ਵਿਅਕਤੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਦੇ ਵਿੱਚ ਸਰਕਾਰੀ ਜ਼ਮੀਨਾਂ ਤੇ ਆਪਣੇ ਰਾਖਵੇਂ ਕਰਨਾ ਤੇ ਬਾਬੂ ਕਾਂਸ਼ੀ ਰਾਮ ਦੀ ਸੋਚ, ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ, ਆਧਾਰ ਤੇ ਵਿਚਾਰ ਚਰਚਾ ਹੋਈ। ਆਓ ਸੁਣਦੇ ਹਾਂ ਮਿਸ਼ਨਰੀ ਸਾਥੀ ਲਲਿਤ ਅੰਬੇਦਕਰੀ ਦੇ ਵਿਚਾਰ। ਜੋ ਸਾਥੀਓ, ਜੋ ਅੱਜ ਦਾ ਇਹ ਆਪਣਾ ਏਜੰਡਾ ਆ, ਜੋ ਸਰਕਾਰੀ ਜ਼ਮੀਨ ਜਿਸ ਨੂੰ ਪੰਚਾਇਤੀ ਜ਼ਮੀਨ ਕਹਿੰਦੇ ਆ, ਉਸ ਨੂੰ ਪ੍ਰਾਪਤੀ ਦੇ ਲਈ, ਲਾਮਬੰਦ ਹੋਣ ਦੇ ਲਈ ਉਹਦੇ ਵਿਚਾਰ ਚਰਚਾ ਦਾ। ਸੋ ਕੋਸ਼ਿਸ਼ ਕਰੂੰਗਾ ਕਿ ਇਸ ਏਜੰਡੇ ਦੇ ਉੱਤੇ ਬੋਲਾਂ। ਸਾਥੀਓ, ਜਿਹੜੀ ਇਹ ਪੰਚਾਇਤੀ ਜ਼ਮੀਨਾਂ ਆ, ਜਿਹੜੀਆਂ ਜ਼ਗੀਰਾਂ ਆ, ਗੁਰੂ ਮਹਾਰਾਜ ਨੇ ਰਾਜ ਭਾਗ ਪ੍ਰਾਪਤੀ ਦੇ ਲਈ ਸਾਨੂੰ ਸੰਕਲਪ ਦਿੱਤਾ। ਗੁਰੂ ਪਾਤਸ਼ਾਹ ਨੇ ਸਾਨੂੰ ਪਾਤਸ਼ਾਹੀਆਂ ਬਖਸ਼ਣੇ ਦੇ ਲਈ ਮੁਹਿੰਮ ਚਲਾਈ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਜ਼ਗੀਰਾਂ ਵੰਡੀਆਂ। ਸਰ ਛੋਟੂ ਰਾਮ ਜੀ, ਸਾਡੇ ਬਾਬਾ ਬੋੜ, ਬਾਬੂ ਮੰਗੂ ਰਾਮ ਜੀ ਮੁੱਗੋਵਾਲੀਆ ਜੀ, ਉਹਨਾਂ ਨੇ ਸੰਘਰਸ਼ ਕਰਕੇ ਉਹ ਜ਼ਮੀਨਾਂ ਜਿਹੜੀਆਂ ਆ ਉਹ ਹਾਸਲ ਕੀਤੀਆਂ, ਲੈ ਕੇ ਦਿੱਤੀਆਂ। ਬਾਬਾ ਸਾਹਿਬ ਅੰਬੇਡਕਰ ਜੀ ਨੇ ਐਕਟ ਜਿਹੜੇ ਆ ਬਣਾ ਕੇ ਉਹ ਪੱਕੇ ਪੱਟੇ ਜਿਹੜੇ ਆ ਉਹ ਲੈ ਕੇ ਦਿੱਤੇ। ਲੇਕਿਨ ਉਹ ਸਭ ਕੁਝ ਗਿਆ ਕਿੱਥੇ? ਉਹ ਸਾਰਾ ਕੁਝ ਸਾਂਭਿਆ ਨਹੀਂ ਗਿਆ, ਕਿ ਪਹੁੰਚਿਆ ਨਹੀਂ ਸਾਡੇ ਤੱਕ। ਪਿੰਡਾਂ ਦੇ ਵਿੱਚ ਸਾਥੀਓ ਹੁੰਦਾ ਕੀ ਆ? ਪਿੰਡਾਂ ਦੇ ਵਿੱਚ ਕੀ ਹੁੰਦਾ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਹੁੰਦੀ ਹੈ। ਉਸ ਪੰਚਾਇਤੀ ਜ਼ਮੀਨ ਦੇ ਉੱਤੇ ਪਿੰਡ ਦੇ ਧਨਾੜ ਹੀ ਇੱਕ ਸੀਰੀ ਮਾਨਸਿਕਤਾ ਵਾਲਾ ਬੰਦਾ ਖੜਾ ਕਰ ਲੈਂਦੇ ਆ। ਉਹਦੇ ਨਾਂ ਦੇ ਉੱਤੇ ਬੋਲੀ ਕਰਾ ਕੇ ਜਿਹੜੀ ਜ਼ਮੀਨ ਤੇ ਕਬਜ਼ਾ ਕਰ ਲੈਂਦੇ ਆ। ਹੁਣ ਉੱਥੇ ਸਾਰੀ ਰਲੀ ਮਿਲੀ ਚਰਚਾ ਹੋਈ ਆ। ਦੇਖੋ, ਪਹਿਲਾਂ ਤਾਂ ਇਹ ਆ ਕਿ ਸੰਘਰਸ਼, ਸੜਕਾਂ ਦਾ ਸੰਘਰਸ਼ ਕਰਨਾ ਪੈਣਾ, ਸਿਸਟਮ ਦੇ ਨਾਲ ਲੜਨਾ ਪੈਣਾ, ਤਾਂ ਇਹ ਜ਼ਮੀਨਾਂ ਦਾ ਜਿਹੜਾ ਮਸਲਾ ਹੱਲ ਹੋਣਾ, ਇਹ ਮੋਰਚਾ ਸਰ ਹੋਣਾ। ਕਿ ਜਿਹੜੇ ਲੋਕ ਇਸ ਸੰਘਰਸ਼ ਦੇ ਵਿੱਚ ਚੱਲਣਾ ਚਾਹੁੰਦੇ ਆ, ਉਹ ਪਹਿਲਾਂ ਤਾਂ ਲਾਮਬੰਦ ਹੋ ਜਾਣ, ਆਪਣੇ ਕੋਲ ਅੰਕੜੇ ਇਕੱਤਰ ਕਰ ਲੈਣ, ਆਪਣਾ ਸੰਗਠਨ ਤਿਆਰ ਕਰ ਲੈਣ, ਇੱਕ ਟੀਮ, ਇੱਕ ਜੱਥੇ ਦੇ ਰੂਪ ਦੇ ਵਿੱਚ ਤਿਆਰ ਹੋ ਜਾਣ। ਉਹਨਾਂ ਦਾ ਤਿਆਰ ਹੋਣਾ ਬਹੁਤ ਜ਼ਰੂਰੀ ਆ। ਹੁਣ ਜਦੋਂ ਪਿੰਡਾਂ ਦੀਆਂ ਵਿੱਚ ਜ਼ਮੀਨਾਂ ਦੀ ਜੇ ਕਿਸਮ ਦੀ ਗੱਲ ਕਰੀਏ, ਚਾਹੇ ਜ਼ਮੀਨ ਝਾਈ ਹੋਵੇ, ਚਾਹੇ ਬਰਾਨੀ ਹੋਵੇ, ਭਾਵ ਕਿ ਖੇਤੀਯੋਗ ਹੋਵੇ ਜਾਂ ਚਾਹੇ ਖੇਤੀਯੋਗ ਨਾ ਹੋਵੇ, ਜਿਹਦੇ ਵਿੱਚ ਛੱਪੜ ਵੀ ਆ ਜਾਂਦੇ ਆ, ਪਿੰਡਾਂ ਦੀਆਂ ਗਰਾਊਂਡਾਂ ਆ ਜਾਂਦੀਆਂ, ਫਿਰਨੀਆਂ ਆ ਜਾਂਦੀਆਂ, ਪਿੰਡਾਂ ਦੇ ਢੇਰ ਆ ਜਾਂਦੇ ਆ, ਜਿਹੜੇ ਖਾਲੇ ਉਹ ਆ ਜਾਂਦੇ ਆ, ਪਿੰਡਾਂ ਦੀਆਂ ਜਿਹੜੀਆਂ ਸ਼ਾਮਲਾਤਾਂ ਨੇ ਉਹ ਆ ਜਾਂਦੀਆਂ ਨੇ, ਔਰ ਪਿੰਡਾਂ ਦੀਆਂ ਜਿਹਨਾਂ ਤੇ ਖੇਤੀ ਕੀਤੀ ਜਾ ਸਕਦੀ ਉਹ ਜ਼ਮੀਨਾਂ ਆ ਜਾਂਦੀਆਂ ਨੇ। ਪਰ ਉਸ ਦੇ ਨਾਲ ਨਾਲ ਜਿਹੜੀਆਂ ਮਕਬੂਜ਼ਾ ਮਲਕੀਅਤ ਆ, ਜਿਹਨੂੰ ਲਾਲਲੀ ਕਹਿੰਦੇ ਆ, ਜਿਹਦੇ ਵਿੱਚ ਜਿਹੜਾ ਆ ਐਸਸੀ ਸਮਾਜ ਜਾਂ ਬੀਸੀ ਸਮਾਜ ਜਿਹੜਾ ਆ ਉਹ ਰਹਿੰਦਾ ਆ, ਉਹ ਜ਼ਮੀਨਾਂ ਆ ਜਾਂਦੀਆਂ। ਇਹ ਜ਼ਮੀਨਾਂ ਦੀ ਜਿੱਥੇ ਤੱਕ ਸੰਭਵ ਹੋ ਸਕੇ ਕਿ ਪੱਕੀ ਮਾਲਕੀ ਇਹਨਾਂ ਲੋਕਾਂ ਨੂੰ ਮਿਲ ਸਕੇ। ਇਹ ਸੰਘਰਸ਼ ਦਾ ਏਜੰਡਾ ਜਿਹੜਾ ਆ ਉਹ ਹੋਣਾ ਚਾਹੀਦਾ। ਫਿਰ ਬਹੁਤ ਸਾਰਾ ਜਿਹੜਾ ਅਧਿਕਾਰ ਕੇਂਦਰ ਪੰਚਾਇਤ ਦੇ ਕੋਲ ਆ। ਪੰਚਾਇਤ ਵੀ ਜਾਗਰੂਕ ਨਹੀਂ ਹੈਗੀ। ਜੇ ਅਸੀਂ ਸਰਪੰਚਾਂ ਦੀ ਗੱਲ ਕਰੀਏ, ਅਸੀਂ ਸਰਪੰਚਾਂ ਦਾ ਹੀ ਆ, ਉਹਨਾਂ ਨਾਲ ਆਪਾਂ ਮੀਟਿੰਗ ਕਰੀਏ, ਉਹਨਾਂ ਨਾਲ ਰਾਬਤਾ ਕਰੀਏ, ਉਹਨਾਂ ਨੂੰ ਦੱਸੀਏ ਕਿ ਕਿੰਨਾ ਕੁਛ ਉਹਨਾਂ ਦੇ ਇਖਤਿਆਰ ਦੇ ਵਿੱਚ ਆ। ਜਿੱਦਾਂ ਹੁਣ ਪੰਚਾਇਤ ਦੀ ਬੋਲੀ ਆ, ਪਿੰਡ ਦੀ ਜ਼ਮੀਨ ਦੀ ਪੰਚਾਇਤੀ ਬੋਲੀ ਆ, ਉਹਦੇ ਵਿੱਚ ਕੀ ਕੀਤਾ ਜਾਂਦਾ ਕਿ ਉਹ ਸੀਰੀ ਮਾਨਸਿਕਤਾ ਵਾਲਾ ਬੰਦਾ ਖੜਾ ਕਰਕੇ ਉਹਦੇ ਨਾਂ ਤੇ ਬੋਲੀ ਜਿਹੜੀ ਆ ਉਹ ਕਰਕੇ ਤੇ ਜ਼ਮੀਨ ਤੇ ਕਬਜ਼ਾ ਕਰ ਲੈਂਦੇ ਆ ਤੇ ਜ਼ਮੀਨ ਨੂੰ ਵਾਹੁੰਦੇ ਵਰਤਦੇ ਆ। ਜਾਂ ਫਿਰ ਜ਼ਮੀਨ ਦੀ ਬੋਲੀ ਇੰਨੀ ਜ਼ਿਆਦਾ ਚਾੜ ਦਿੰਦੇ ਆ ਕਿ ਦੂਜਾ ਜਿਹੜਾ ਕੋਈ ਸਾਥੀ ਉਹ ਲੈ ਹੀ ਨਹੀਂ ਸਕਦਾ। ਸੋ ਉਹਦੇ ਵਾਸਤੇ ਉਹਦੀ ਬੋਲੀ ਦਾ ਜਿਹੜਾ ਆ ਮਾਪਦੰਡ ਹੋਣਾ ਚਾਹੀਦਾ ਕਿ ਇੰਨੀ ਤੋਂ ਵੱਧ ਬੋਲੀ ਦਿੱਤੀ ਨਹੀਂ ਜਾ ਸਕਦੀ। ਉਹ ਪੰਚਾਇਤ ਅਧਿਕਾਰ ਖੇਤਰ 'ਚ ਹੋਵੇ, ਪੰਚਾਇਤ ਉਹਨੂੰ ਕਰ ਸਕਦੀ ਆ। ਫਿਰ ਐਸਸੀ ਬੰਦਾ ਹੀ ਜੋ ਹੈ ਉਸ ਦੀ ਬੋਲੀ ਜਿਹੜੀ ਆ ਉਹ ਦੇਵੇ, ਔਰ ਐਸਸੀ ਬੰਦਾ ਹੀ ਉਸ ਦੀ ਵਾਹੀ ਕਰੇ। ਇਸ ਦੀ ਨਿਗਰਾਨੀ ਵੀ ਕਰਨਾ ਪੰਚਾਇਤ ਦੀ ਜ਼ਿੰਮੇਵਾਰੀ ਹੈ। ਪੰਚਾਇਤ ਇਹਨੂੰ ਬਿਲਕੁਲ ਕਰ ਸਕਦੀ ਹੈ। ਉਸ ਤੋਂ ਇਲਾਵਾ ਜਿਹੜੀ ਪੰਚਾਇਤ ਦੀ ਜ਼ਮੀਨ ਜਿਨ੍ਹਾਂ ਦੇ ਉੱਤੇ ਕਬਜ਼ੇ ਹੋਏ ਪਏ ਆ, ਜਿੱਦਾਂ ਕਿ ਕੁਝ ਸਾਲ ਪਹਿਲਾਂ ਬਾਦਲਾਂ ਦੀ ਸਰਕਾਰ ਸੀ, ਜਦੋਂ ਇਹਨਾਂ ਨੇ ਇੱਕ ਸਟੇਟ ਤੋਂ ਇੱਕ ਬੁਲੇਟਿਨ ਜਾਰੀ ਕੀਤਾ ਸੀ ਕਿ ਜਿਹੜੀ ਜ਼ਮੀਨ ਕਿਸਾਨਾਂ ਦੇ ਕੋਲੋਂ ਜਿਹਨਾਂ ਨੂੰ ਕੱਟ ਲਾਈ ਗਈ ਸੀ, ਉਹਨਾਂ ਨੂੰ ਵਾਪਸ ਕੀਤੀ ਜਾਂਦੀ ਹੈ। ਇੱਥੇ ਮੈਂ ਥੋੜਾ ਜਿਹਾ ਦੱਸਣਾ ਚਾਹੂੰਗਾ ਕਿ ਜਿਹੜੀ ਪਿੰਡਾਂ ਦੇ ਵਿੱਚ ਪੰਚਾਇਤ ਦੀ ਜ਼ਮੀਨ ਹੈ ਨਾ, ਉਹ ਜ਼ਮੀਨ ਪਿੰਡ ਦੇ ਜ਼ਿਮੀਂਦਾਰਾਂ ਦੀ ਜ਼ਮੀਨ ਨੂੰ ਕੁਝ ਪ੍ਰਤੀਸ਼ਤ ਕੱਟ ਲਗਾ ਕੇ ਉਹਦੇ ਵਿੱਚੋਂ ਕੁਝ ਹਿੱਸਾ ਕਟੌਤੀ ਕਰਕੇ ਪਿੰਡ ਦੀ ਡਿਵੈਲਪਮੈਂਟ ਦੇ ਲਈ
ਪਿੰਡ ਦੀ ਆਮਦਨ ਦੇ ਸਾਧਨ ਦੇ ਰੂਪ ਦੇ ਵਿੱਚ ਜਿਹੜੀ ਆ ਉਹ ਰਾਖਵੀਂ ਰੱਖੀ ਗਈ ਹੈ, ਜਿਸ ਦੇ ਉੱਤੇ ਐਸਸੀ ਸਮਾਜ ਜਿਹੜਾ ਆ ਉਹ ਬੋਲੀ ਦੇ ਕੇ ਉਹਦੀ ਜਿਹੜੀ ਆ ਉਹਤੇ ਖੇਤੀ ਕਰਦਾ ਹੈ। ਹੁਣ ਉਹਦੇ ਤੋਂ ਜਿਹੜਾ ਆਮਦਨ ਹੁੰਦੀ ਆ ਉਹਦੇ ਵਿੱਚੋਂ ਜੋ ਹੈ 22%, ਉਹਦੇ ਵਿੱਚੋਂ 22% ਜਿਹੜੀ ਰਕਮ ਹੁੰਦੀ ਆ ਆਮਦਨ ਦੇ ਵਿੱਚੋਂ ਜਿਹੜੇ 22% ਪੈਸੇ ਹੁੰਦੇ ਆ ਉਹ BDO DDO ਜਿਹੜਾ ਅਦਾਰਾ ਆ ਇਹ ਅਮਲਾ ਆ ਉਹ ਉਹਨਾਂ ਨੂੰ ਚਲ ਜਾਂਦੇ ਆ। ਕਿਉਂ ਚਲ ਜਾਂਦੇ ਆ ਕਿ ਉਹਨਾਂ ਨੂੰ ਤਨਖਾਹਾਂ ਦੇ ਰੂਪ ਦੇ ਵਿੱਚ ਉਸ ਆਮਦਨ ਦੇ ਵਿੱਚੋਂ ਪੈਸੇ ਦਿੱਤੇ ਜਾਂਦੇ ਆ। ਬਾਕੀ ਜਿਹੜੀ ਆ 78% ਜਿਹੜੀ ਆ ਉਹ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੁੰਦੀ ਹੈ, ਜਿੱਥੋਂ ਗ੍ਰਾਂਟ ਦੇ ਰੂਪ ਵਿੱਚ ਉਸ ਪਿੰਡ ਨੂੰ ਉਹ ਰਕਮ ਇਸ਼ੂ ਹੁੰਦੀ ਆ ਕਿ ਪਿੰਡ ਦੀ ਡਿਵੈਲਪਮੈਂਟ ਹੋ ਸਕੇ, ਕਿ ਪਿੰਡ ਦੀ ਜਿਹੜੀ ਆ ਵਧੀਆ ਨੁਹਾਰ ਬਦਲੀ ਜਾ ਸਕੇ। ਇਸ ਤਰ੍ਹਾਂ ਕਿਉਂ ਆ ਕਿ ਪਿੰਡਾਂ ਦੇ ਕੋਲ ਕੋਈ ਫੈਕਟਰੀਆਂ ਨਹੀਂ ਹੈ, ਕੋਈ ਸਰਮਾਇਆ ਨਹੀਂ ਹੈ, ਇਸ ਕਰਕੇ ਇਹ ਪ੍ਰੋਵੀਜ਼ਨ ਜਿਹੜਾ ਪੰਚਾਇਤੀ ਰਾਜ ਐਕਟ ਦੇ ਵਿੱਚ ਰੱਖਿਆ ਗਿਆ ਸੀ। ਸ਼ਹਿਰਾਂ ਦੇ ਵਿੱਚ ਇੰਡਸਟਰੀ ਆ, ਕਾਰੋਬਾਰ ਆ, ਵੱਡੇ ਉਦਯੋਗਿਕ ਅਦਾਰੇ ਆ, ਉੱਥੇ ਦਾ ਸਮੀਕਰਨ ਹੋਰ ਸੀ। ਪਿੰਡਾਂ ਵਾਸਤੇ ਇਹ ਯਤਨ ਜਿਹੜਾ ਆ ਪੰਚਾਇਤੀ ਰਾਜ ਐਕਟ ਦੇ ਵਿੱਚ ਰੱਖਿਆ ਗਿਆ ਸੀ। ਹੁਣ ਹੋਇਆ ਕੀ ਕਿ ਬਾਦਲਾਂ ਨੇ ਉਹ ਬੁਲੇਟਿਨ ਜਾਰੀ ਕੀਤਾ ਕਿ ਜੋ ਜ਼ਮੀਨ ਦੀ ਕੱਟ ਲਗਾਈ ਗਈ ਸੀ ਜ਼ਿਮੀਂਦਾਰਾਂ ਦੀ ਜ਼ਮੀਨ 'ਚੋਂ ਉਹਨਾਂ ਨੂੰ ਵਾਪਸ ਕੀਤੀ ਜਾਂਦੀ ਹੈ। ਸੋ ਜ਼ਿਮੀਂਦਾਰਾਂ ਨੇ ਬੇਈਮਾਨ ਜਿਹੜਾ ਮਾਲ ਵਿਭਾਗ ਦਾ ਜਿੰਨਾ ਬੇਈਮਾਨ ਜਿਹੜਾ ਉਹਨਾਂ ਕੋਲ ਪਾਇਆ ਉਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਗਰਦੋਰੀਆਂ ਆਪਣੇ ਨਾਂ ਤੇ ਕਰਾ ਕੇ ਆਪਣੇ ਨਾਮ ਤੇ ਜ਼ਮੀਨਾਂ ਕਰਾ ਕੇ ਉਹਨਾਂ ਨੂੰ ਫੁੱਟ ਕਰਤਾ, ਵੇਚਤਾ। ਥਰਡ ਪਾਰਟੀ ਤੱਕ ਵੇਚ ਚੁੱਕੀ ਉਹ ਜ਼ਮੀਨ। ਉਸ ਤੋਂ ਬਾਅਦ ਜਦੋਂ ਤੇ ਰਿਟ ਲਾਈ ਗਈ ਤਾਂ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਆ ਉਹਨੂੰ ਇਹਨਾਂ ਖਾਰਜ ਕਰਨ ਲਈ ਜ਼ੋਰ ਪਾਇਆ ਗਿਆ। ਸੋ ਉਹਦੇ ਤੇ ਉਹ ਬੁਲੇਟਿਨ ਜਿਹੜਾ ਰੱਦ ਕਰ ਦਿੱਤਾ ਗਿਆ। ਲੇਕਿਨ ਹੋਇਆ ਕਿ ਤਦੋਂ ਤੱਕ ਜਿਹੜੀਆਂ ਜ਼ਮੀਨਾਂ ਸੀ ਉਹ ਫੁੱਟ ਹੋ ਚੁੱਕੀਆਂ ਸੀ, ਜ਼ਮੀਨਾਂ ਵਿਕ ਚੁੱਕੀਆਂ ਸੀਗੀਆਂ, ਥਰਡ ਪਾਰਟੀ ਤੱਕ ਜ਼ਮੀਨਾਂ ਵਿਕ ਚੁੱਕੀਆਂ ਸੀਗੀਆਂ, ਜਿਹਦੇ ਤੇ ਕਬਜ਼ਾ ਲੈਣ ਦੇ ਲਈ ਪਿੰਡ ਦੇ ਲੋਕਾਂ ਨੂੰ ਜਿਹੜਾ ਆ ਉਹ ਫੇਰ ਹਾਂ ਦਾ ਨਾਰਾ ਮਾਰਨਾ ਪਿਆ। ਲੇਕਿਨ ਕੋਈ ਸੁਣਵਾਈ ਨਹੀਂ ਹੋਈ ਸਾਥੀਓ। 25 ਸਾਲ ਹੋ ਗਏ ਨੇ ਕੇਸ ਚੱਲਦਿਆਂ ਨੂੰ। ਜਿਹੜਾ ਮਾਨਯੋਗ ਹਾਈ ਕੋਰਟ ਚੰਡੀਗੜ੍ਹ ਆ ਉੱਥੋਂ ਆਰਡਰ ਵੀ ਹੋ ਚੁੱਕੇ ਨੇ ਕਿ ਇਹ ਜ਼ਮੀਨਾਂ ਦੇ ਕਬਜ਼ੇ ਜਿਹੜੇ ਆ ਸੰਬੰਧਿਤ ਪੰਚਾਇਤ ਨੂੰ ਦਿੱਤਾ ਜਾਵੇ। ਲੇਕਿਨ ਸਾਰੇ ਅਫਸਰ ਅਮਲੇ ਦੀ, ਸਾਰੇ ਮਾਲ ਵਿਭਾਗ ਦੀ, ਸੰਬੰਧਿਤ ਜਿਹੜਾ BDPO DDPO ਉਹਨਾਂ ਦੀ ਜਿਹੜੀ ਭ੍ਰਿਸ਼ਟਾਚਾਰ ਆ, ਉਹਨਾਂ ਦੀ ਮਿਲੀ ਭੁਗਤ ਆ ਜਿਹੜੀ ਧਨਾਟਾਂ ਦੇ ਨਾਲ, ਜ਼ਿਮੀਂਦਾਰਾਂ ਦੇ ਨਾਲ, ਉਹਦੇ ਚੱਲਦਿਆਂ ਹੋਇਆ ਉਹ ਅੱਜ ਤੱਕ ਜਿਹੜੇ ਕਬਜ਼ੇ ਦਵਾਏ ਨਹੀਂ ਜਾ ਸਕੇ। ਬੜੇ ਕੇਸ ਚੱਲਦੇ ਨੇ ਪੰਜਾਬ 'ਚ, ਦੁਆਬੇ 'ਚ ਸਭ ਤੋਂ ਜ਼ਿਆਦਾ ਨੇ। ਹੁਣ ਦੁਆਬੇ ਦੇ ਤੇ ਮਾਲਵੇ ਦਾ ਸਮੀਕਰਨ ਥੋੜਾ ਜਿਹਾ ਅਲੱਗ-ਅਲੱਗ ਕਿੱਦਾਂ ਹੈ। ਜਿਹੜਾ ਮਾਲਵਾ ਆ, ਮਾਲਵੇ ਦੇ ਵਿੱਚ 50 100 200 ਖੇਤ ਮਤਲਬ ਪੰਚਾਇਤੀ ਜ਼ਮੀਨ ਆ। ਇਸ ਕਰਕੇ ਉੱਥੇ ਖੂਨੀ ਸੰਘਰਸ਼ ਤੱਕ ਜਾਂਦਾ ਕੰਮ। ਮਾਲਵੇ ਵਿੱਚ ਵੀ ਇਦਾਂ ਹੀ ਆ। ਲੇਕਿਨ ਦੁਆਬੇ ਦੇ ਵਿੱਚ ਜ਼ਮੀਨ ਜਿਹੜੀ ਆ ਜਰਾ ਘੱਟ ਆ। 5 ਖੇਤ 10 ਖੇਤ 15 ਖੇਤ 20 ਖੇਤ ਹੱਦ 25 ਖੇਤ ਇੱਥੇ ਤੱਕ ਜਿਹੜਾ ਜਾਣਕਾਰੀ ਦੇ ਵਿੱਚ ਕਿ ਇੰਨੀ ਕੁ ਜ਼ਮੀਨ ਆ। ਇੰਨੀ ਕੁ ਜ਼ਮੀਨ ਦੇ ਲਈ ਕੋਈ ਲੜਨਾ ਮਰਨਾ ਚਾਹੁੰਦਾ ਨਹੀਂ, ਕੋਈ ਯਤਨ ਕਰਦਾ ਨਹੀਂ। ਦਿਮਾਗੀ ਆਲਸ ਜਿਹੜੀ ਲੋਕਾਂ ਨੂੰ ਪਈ ਹੋਈ ਆ ਕਿ ਦੂਜੇ ਲਫ਼ਜ਼ ਮੈਂ ਇਹ ਕਹਾਂ ਕਿ ਕਹਿੰਦੇ ਗੋਲੀ ਮੋਰੇ ਕੌਣ ਜਾਵੇ। ਹੁਣ ਹੋ ਕੀ ਰਿਹਾ ਕਿ ਦੁਆਬੇ ਦੇ ਹਾਲਾਤ ਥੋੜੇ ਜਿਹੇ ਅਲੱਗ, ਕਿਉਂਕਿ ਦੁਆਬੇ ਦੇ ਵਿੱਚ ਜ਼ਮੀਨ ਜਿਹੜੀ ਆ ਉਹ ਮਾਲਵੇ ਜਾਂ ਮਾਝੇ ਦੀ ਨਿਸਬਤ ਮਹਿੰਗੀ ਬਹੁਤ ਹੈ। ਇੱਥੇ ਜ਼ਮੀਨ ਦੀ ਰੇਟ ਬਹੁਤ ਜ਼ਿਆਦਾ ਹੈ। ਮੈਂ ਇਹ ਜ਼ਿਕਰ ਕਿਉਂ ਕਰ ਰਿਹਾ ਤੁਹਾਡੇ ਨਾਲ ਕਿ ਜਿਹੜੀ ਜ਼ਮੀਨ ਥਰਡ ਪਾਰਟੀ ਤੱਕ ਇਹਨਾਂ ਨੇ ਪਹਿਲਾਂ ਬਾਦਲਾਂ ਦੇ ਨਾਲ ਮਿਲੀ ਭੁਗਤ ਕਰਕੇ ਕਬਜ਼ਾ ਕਰਕੇ ਵੇਚ ਦਿੱਤੀ ਹੈ ਨਾ ਸਾਥੀਓ, ਉਹ ਜ਼ਮੀਨ ਹੁਣ ਕਰੋੜਾਂ ਦੀ ਹੋ ਚੁੱਕੀ ਆ। ਇੱਥੋਂ ਤੱਕ ਕਿ ਉਹ ਜ਼ਮੀਨ ਦੇ ਵਿੱਚ ਵਗਦੇ ਗੰਦੇ ਜਿਹੜੇ ਨਾਲੇ ਜਾਂ ਖਾਲੇ ਜਾਂ ਡਰੇਨਾਂ ਜਾਂ ਜਿਹੜੀਆਂ ਛੋਟੀਆਂ ਦਬੋਚੀਆਂ, ਛੋਟੀਆਂ ਨਹਿਰਾਂ, ਛੋਟੇ ਸੂਏ ਸਭ ਇਹਨਾਂ ਨੇ ਕਬਜ਼ੇ ਕਰ ਲਿਆ। ਬਿਲਕੁਲ ਔਨ ਰਿਕਾਰਡ ਕਰ ਲਿਆ ਹੈ। ਹੁਣ ਇਹਦੇ ਲਈ ਕਰਨਾ ਕੀ ਚਾਹੀਦਾ? ਇਹਦੇ ਲਈ ਸਿੱਧਾ ਸਿੱਧੀ ਗੱਲ ਆ ਕਿ ਪੰਜਾਬ ਪੱਧਰ ਦਾ ਸੰਗਠਨ ਬਣੇ, ਮਾਲਵੇ ਵਾਲੇ ਸਾਥੀਆਂ ਦੇ ਨਾਲ ਰਾਬਤਾ ਕਰੋ, ਮੀਟਿੰਗਾਂ ਕਰੋ। ਜਿੱਦਾਂ ਸਾਥੀਆਂ ਨੇ ਗੱਲ ਕੀਤੀ ਹੈ ਕਿ ਜਿਹੜੀ ਟੈਕਨੀਕ ਉਹਨਾਂ ਨੇ ਯੂਜ਼ ਕੀਤੀ ਆ ਉਹ ਕੀਤੀ ਜਾਵੇ। ਮੈਂ ਜਦੋਂ ਪਿਛਲੀ ਮੀਟਿੰਗ ਬੱਗੇ ਸੀ, ਉਹ ਤੋਂ ਪਹਿਲਾਂ ਮੀਟਿੰਗ ਸੀ ਫਗਵਾੜੇ ਮੀਟਿੰਗ ਰਿਕਾਰਡ ਨਹੀਂ ਸੀ ਹੋਈ। ਮੈਂ ਉਹ ਹੀ ਦੁਬਾਰਾ ਸਾਰੀ ਇੱਥੇ ਚਰਚਾ ਕਰ ਰਿਹਾ, ਕੋਈ ਮੈਂ ਨਵੀਂ ਗੱਲ ਨਹੀਂ ਕਰ ਰਿਹਾ। ਆਪਾਂ ਸਾਥੀਆਂ ਨਾਲ ਇਹ ਸਲਾਹ ਕੀਤੀ ਸੀ ਕਿ ਪਹਿਲਾਂ ਮੈਮੋਰੈਂਡਮ ਦਿੱਤਾ ਜਾਵੇ ਸੰਬੰਧਿਤ ਮਾਨਯੋਗ DC ਸਾਹਿਬ ਨੂੰ ਕਿ ਆਹ ਫਲਾਣੀ ਜਿਹੜੀ ਆ ਫਲਾਣੇ ਪਿੰਡ ਦੀ ਜ਼ਮੀਨ ਆ, ਉਸ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ, ਹੋ ਸਕੇ ਤਾਂ ਉੱਥੇ ਦਾ SC ਸਰਪੰਚ ਮੌਜੂਦਾ ਜਾਂ ਸਾਬਕਾ ਜਾਂ ਉਸ ਪਿੰਡ ਦਾ SC ਸਮਾਜ ਆ, ਜਿਹਨੂੰ ਕਿ ਪਾਰਟੀ ਬਣਾ ਕੇ ਨਾਲ ਉਹ ਸੰਬੰਧਿਤ DC ਸਾਹਿਬ ਨੂੰ ਮੈਮੋਰੈਂਡਮ ਦਿੱਤਾ ਜਾਵੇ ਕਿ ਇਹ ਜ਼ਮੀਨ ਦਾ ਕਬਜ਼ਾ ਸਾਨੂੰ ਲੈ ਕੇ ਦਿੱਤਾ ਜਾਵੇ, ਮਤਲਬ ਕਿ ਉਸ ਪੰਚਾਇਤ ਨੂੰ ਲੈ ਕੇ ਦਿੱਤਾ ਜਾਵੇ, ਪਿੰਡ ਦੇ ਲੋਕਾਂ ਨੂੰ ਜ਼ਮੀਨ ਦਾ ਕਬਜ਼ਾ ਲੈ ਕੇ ਦਿੱਤਾ ਜਾਵੇ। ਔਰ ਨਾਲ ਹੀ ਅਲਟੀਮੇਟਮ ਕਰਦਾ ਜਾਵੇ ਅਗਰ ਤੁਸੀਂ ਨਹੀਂ ਕਰਦੇ ਤਾਂ ਫਿਰ ਅਸੀਂ ਮੋਰਚਾ ਲਾਵਾਂਗੇ। ਔਰ ਉਸ ਏਰੀਆ ਦੇ ਵਿੱਚ, ਉਸ ਖਿੱਤੇ ਦੇ ਵਿੱਚ ਮੋਰਚਾ ਲਾ ਲਿਆ ਜਾਵੇ ਜਿੰਨਾ ਚਿਰ ਉਹ ਜਿਹੜਾ ਆ ਮਸਲਾ ਹੱਲ ਨਹੀਂ ਹੋ ਜਾਂਦਾ। ਇੱਥੇ ਇੱਕ ਕਾਰਨ ਆ ਸਾਥੀਓ, ਜਿਹੜੇ ਪਿੰਡ ਦੇ ਲੋਕ ਆ ਨਾ, ਉਸ ਖਿੱਤੇ ਦੇ ਲੋਕ ਜਿਹੜੇ ਆ ਉਹ ਲੋਕ ਦੱਬੇ ਹੋਏ ਲੋਕ ਨੇ। ਉਹ ਲੋਕ ਵੀ ਆਸਰਾ ਭਾਲਦੇ ਨੇ
कि कोई आवे साडा तारनहारा, कोई मुक्तिदाता आवे तो सानू मुक्त करावे। आह हालत होया पिया है लोकां दा। पंचायत का अधिकार खेतर बहुत ज़्यादा है कि कई थावां दे उत्ते ऐसी सरपंच हुण है नहीं, उत्थे सरपंच जिहड़ा आ वो जिमीदार समाज दे विचों आ, तो वो तो कभी भी नहीं चाहूगा कि जमीन इस जावे, क्योंकि वो खुद ਉਹਦੇ ਵਿੱਚ ਲਿਪਤੇ ਆ, ਉਹਦੇ ਆਪ ਦੇ ਨਾਮ ਦੇ ਵਿੱਚ ਜਿਹੜੀਆਂ ਜ਼ਮੀਨ ਦੇ ਤੇ ਕੱਟ ਲੱਗੀ ਹੋਈ ਹੈ ਤੇ ਉਹਨੇ ਵੇਚੀ, ਉਹਦੇ ਪੂਰਵਜਾਂ ਨੇ ਵੇਚੀ ਹੋਈ ਆ। ਸਾਥੀਓ ਪੁਰਾਣਾ ਦਾ ਸੰਘਰਸ਼, ਸਾਡੇ ਪੂਰਵਜਾਂ ਦਾ ਸੰਘਰਸ਼ ਜ਼ਮੀਨ ਦਾ ਤੇ ਪਾਣੀ ਦਾ ਹੀ ਰਿਹਾ। ਇਹ ਹਾਲਾਤ ਹੋਈ ਹੋ ਰਹੇ ਦੁਬਾਰਾ ਤੋਂ। ਜੇ ਸਾਡੇ ਰਹਿਬਰਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ, ਤਾਂ ਉਹਦਾ ਕੋਈ ਮਤਲਬ ਹੈ ਕਿ ਸਾਡਾ ਹਿੱਸਾ ਜਿਹੜਾ ਸਭ ਤੋਂ ਖੋਲਿਆ ਗਿਆ ਹੈ, ਜਿਹਨੂੰ ਹੁਣ ਸਰਕਾਰੀ ਕਹੀ ਜਾਂਦੇ, ਕੋਈ ਸਰਕਾਰੀ ਨਹੀਂ, ਉਹ ਸਾਡਾ ਹੀ ਹੈ। ਉਹਨੂੰ ਪ੍ਰਾਪਤੀ ਦੇ ਲਈ ਸੜਕਾਂ ਵਾਲਾ ਸੰਘਰਸ਼ ਕਰਨਾ ਪੈਣਾ ਆ, ਲਾਮਬੰਦ ਹੋਣਾ ਪੈਣਾ ਆ, ਆਪੋ ਆਪਣੀ ਜਿਹੜੀ ਜ਼ਿੰਮੇਵਾਰੀ ਲੈਣੀ ਪੈਣੀ ਆ। ਮਾਫ ਕਰਨਾ ਜੇਕਰ ਬਾਣੀ ਵਾਲਾ ਅਸੀਂ ਕਰਨਾ ਆ ਤਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਪਿਆ ਆ, ਦੇਖੀ ਜਾਓ, ਸੁਣੀ ਜਾਓ, ਕੋਈ ਫਾਇਦਾ ਨਹੀਂ ਹੈਗਾ। ਤੇ ਜੇਕਰ ਇਹ ਅੰਦੋਲਨ ਵੱਡਾ ਹੋ ਜਾਂਦਾ ਆ, ਕਿਉਂਕਿ ਸਾਥੀਆਂ ਨੇ ਜ਼ਿਕਰ ਕੀਤਾ ਕਿ ਕਿਰਸਾਨੀ ਅੰਦੋਲਨ ਮਜ਼ਦੂਰਾਂ ਦੇ ਨਾਲ ਸਫਲ ਹੋਇਆ, ਔਰ ਉਹ ਸਿਰਫ ਕਿਰਸਾਨੀ ਅੰਦੋਲਨ ਕੱਲਾ ਖੇਤੀ ਆਰਡੀਨੈਂਸ ਦਾ ਅੰਦੋਲਨ ਨਹੀਂ ਸੀ ਰਹਿ ਗਿਆ। ਉੱਥੇ ਉੱਤਰ ਭਾਰਤ, ਮੱਧ ਭਾਰਤ, ਦੱਖਣ ਭਾਰਤ ਤੋਂ ਸਾਰੇ ਹੀ ਸੰਗਠਨ ਆ ਗਏ ਸੀਗੇ ਹਰ ਇੱਕ ਵਿਸ਼ੇ ਨੂੰ ਲੈ ਕੇ, ਔਰ ਗੋਦੀ ਮੀਡੀਆ ਦੇ ਉੱਥੇ ਉਹਨੀ ਉਹ ਰੇਲ ਬਣਾਈ ਜਿਹੜੀ ਰਹੇ ਰੱਬ ਦਾ ਨਾਮ। ਸੋ ਇਸੇ ਹੀ ਤਰ੍ਹਾਂ ਦਾ ਸਟੇਟ ਪੱਧਰ ਦਾ ਸੰਘਰਸ਼ ਜਿਹੜਾ ਆ, ਪੰਜਾਬ ਪੱਧਰ ਦਾ ਸੰਘਰਸ਼ ਹੈ ਜ਼ਮੀਨ ਪ੍ਰਾਪਤੀ ਦਾ ਹੋਣਾ ਚਾਹੀਦਾ, ਦੁਆਬੇ 'ਚ ਹੋਣਾ ਚਾਹੀਦਾ। ਕਿਉਂਕਿ ਇੱਥੇ ਹੋ ਕੀ ਰਿਹਾ ਕਿ ਜਿਹੜੇ ਲੋਕ ਨਿਮਾਣੇ ਲੋਕ ਨੇ ਉਹ ਸਮਾਜਿਕ ਆਗੂਆਂ ਵੱਲ ਦੇਖਦੇ ਆ, ਔਰ ਜਿਹੜੇ ਸਮਾਜਿਕ ਆਗੂ ਆ ਉਹ ਇੱਕ ਦੂਜੇ ਦੇ ਘਰ ਝਾਕੀ ਜਾਂਦੇ ਆ ਕਿ ਕੌਣ ਕਰੇ, ਕੌਣ ਸ਼ੁਰੂਆਤ ਕਰੇ। ਇਹ ਸ਼ੁਰੂਆਤ ਤਾਂ ਆਪਾਂ ਨੂੰ ਆਪ ਹੀ ਕਰਨੀ ਪੈਣੀ ਹੈ। ਇਸ ਕਰਕੇ ਸੰਗਠਨ ਤੇ ਹੋ ਕੇ ਇਹਦੇ ਤੇ ਜਿਹੜਾ ਆ ਡਿਸਾਈਡ ਕਰਕੇ ਕਾਨੂੰਨੀ ਸਲਾਹਕਾਰ ਦੇਖੋ ਐਡਵੋਕੇਟ ਸਾਡੇ ਕੋਲ ਬੈਠੇ ਹੋਏ ਆ, ਉਹਨਾਂ ਦੇ ਨਾਲ ਰਾਏ ਕਰਕੇ ਇਹ ਤੇ ਸੰਘਰਸ਼ ਮਿਟ ਲਿਆ ਜਾਵੇ। ਘੱਟੋ ਘੱਟ ਇੰਨਾ ਕਰ ਲਿਆ ਜਾਵੇ, ਜੇ ਦੁਆਬੇ ਦੇ ਵਿੱਚ ਤੀਜੇ ਦਿਨੇ ਆ, ਘੱਟੋ ਘੱਟ ਇੰਨਾ ਕਰ ਲਿਆ ਜਾਵੇ ਕਿ ਉਹ ਫਲਾਣੇ ਪਿੰਡ ਜਿੱਥੇ ਜਿੱਥੇ ਜ਼ਮੀਨਾਂ ਤੇ ਉਹਨਾਂ ਨੇ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਖਾਲੀ ਕਰਵਾ ਲਿਆ ਜਾਵੇ। ਜੇਕਰ ਐਡਾ ਵੱਡਾ ਮੋਰਚਾ ਜਿਹੜਾ ਆ ਉਹ ਲਾ ਕੇ ਆਪਾਂ ਉਹ ਮੰਜ਼ਿਲ ਮਕਸੂਦ ਕਰ ਗਏ ਨਾ, ਤਾਂ ਫਿਰ ਸੰਗਠਨ ਔਰ ਅੰਦੋਲਨ ਪੰਜਾਬ ਦੇ ਵਿੱਚ ਦੁਆਬੇ ਤੋਂ ਖੜਾ ਹੋ ਜਾਏਗਾ। ਪੱਕੀ ਗੱਲ ਹੈ। ਸ਼ੁਰੂਆਤ ਕਰੀਏ ਕਿ ਜਿੱਥੇ ਜਿੱਥੇ ਕਬਜ਼ਾ ਕੀਤਾ ਹੋਇਆ ਨਾ ਜ਼ਮੀਨਾਂ ਤੇ ਜ਼ਮੀਨਾਂ ਛੁਡਵਾ ਦਈਏ। ਉਸ ਤੋਂ ਬਾਅਦ ਉੱਥੇ ਦੀਆਂ ਪੰਚਾਇਤਾਂ ਦੀਆਂ ਉਹਨਾਂ ਲੱਤਾਂ 'ਚ ਵਿਚਾਰ ਕੇ ਜਾਨ ਆਊਗੀ। ਉੱਥੇ ਜਿਹੜੇ ਐਸੀ ਸਰਪੰਚ ਆ, ਮੌਜੂਦਾ ਸਾਬਕਾ ਜਾਂ ਨੰਬਰਦਾਰ ਆ, ਉਹ ਫਿਰ ਉਹਨਾਂ ਨੂੰ ਵੀ ਜਰਾ ਲਾਮਬੰਦ, ਉਹਨਾਂ ਨੂੰ ਜਾਗਰੂਕ ਕਰਾਂਗੇ। ਠੀਕ ਹੈ ਨਾ, ਉਹਨਾਂ ਨੂੰ ਜਾਗਰੂਕ ਕਰਾਂਗੇ, ਉਹਨਾਂ ਨੂੰ ਜਗਾਵਾਂਗੇ ਕਿ ਤੁਸੀਂ ਜਿਹੜਾ ਆ ਆਪਣੀ ਪੰਚਾਇਤ ਦੇ ਵਿੱਚ ਮਤੇ ਪਾਓ ਕਿ ਐਸੀ ਬੰਦਾ ਬੋਲੀ ਦੇਗਾ, ਬੋਲੀ ਦਾ ਦਾਇਰਾ ਇੰਨਾ ਰਹੇਗਾ, ਇਸ ਤੋਂ ਵੱਧ ਬੋਲੀ ਹੋ ਨਹੀਂ ਸਕਦੀ, ਉਹ ਹੀ ਬੰਦਾ ਵਾਏਗਾ, ਔਰ ਉਹਨੂੰ ਸੁਸਾਇਟੀ ਤੋਂ ਸਾਧਨ ਉਪਲਬਧ ਕਰਾਏ ਜਾਣ। ਹੁਣ ਜੇ ਉਹਦਾ ਰੇਟ ਇੰਨਾ ਜ਼ਿਆਦਾ ਲਾਤਾ ਕਿ ਉਹਨੂੰ ਪੁੱਗਦਾ ਹੀ ਨਹੀਂ, ਤੇ ਉਹਨੂੰ ਕੀ ਫਾਇਦਾ? ਫਿਰ ਮੈਂ ਕੀ ਕਹਾਂ ਪੰਜਾਬੀ 'ਚ ਵੀ ਕੋੜੀ ਦੇ ਪਾਂਡੇ ਦੀ ਕੀਮਤ, ਤੇ ਉਹਨੂੰ ਵੀ ਭਾਵ ਹੈ। ਉਹੀ ਗੱਲ ਹੋਈ ਨਾ। ਤੇ ਜ਼ਿਮੀਂਦਾਰ ਦੇ ਕੋਲ ਸਾਧਨ ਜ਼ਿਆਦੇ ਆ, ਉਹਦੇ ਕੋਲ ਆਮਦਨ ਵੀ ਜ਼ਿਆਦੀ ਆ, ਉਹ ਉਦਾਂ ਹੀ ਆਪਣੀ ਹੇਬ ਪਕਾਉਣ ਦੇ ਲਈ ਵੀ ਜ਼ਮੀਨ ਤੇ ਕਬਜ਼ਾ ਕਰ ਲੈਂਦਾ, ਚਾਹੇ ਵਾਹਵੇ ਹੀ ਨਾ, ਚਾਹੇ ਇੱਥੇ ਲੜੀ ਪਈ ਰਵੇ, ਬੰਜਰ ਪਈ ਰਵੇ। ਸੋ ਇਹ ਚੀਜ਼ਾਂ ਜਿਹੜੀਆਂ ਮਾੜੀ ਮਾਨਸਿਕਤਾ ਵਾਲੀਆਂ ਚੀਜ਼ਾਂ ਇਹਨਾਂ ਨੂੰ ਦੂਰ ਕਰਨ ਲਈ ਸੰਘਰਸ਼ ਇੱਕ ਹੱਲ ਆ। ਸੰਬੰਧਿਤ ਅਲਟੀਮੇਟਮ ਜਿਹੜਾ ਮੈਮੋਰੈਂਡਮ ਦੇ ਕੇ ਉਸ ਤੋਂ ਬਾਅਦ ਜਿਹੜਾ ਆ ਮੋਰਚਾ ਲਾਤਾ ਜਾਵੇ। ਔਰ ਦੇਖੋ ਸਾਥੀਓ, ਪਿੰਡਾਂ ਦਾ ਸੰਘਰਸ਼ ਇਸ ਵੇਲੇ ਮੂਵਮੈਂਟ ਜਿਹੜੀ ਆ ਉਹ ਬਹੁਤ ਥੱਲੇ ਚਲ ਗਈ ਆ, ਬਹੁਤ ਮੂਵਮੈਂਟ ਦਾ ਘਾਣ ਹੋ ਗਿਆ। ਮੈਂ ਦੂਜੇ ਪਾਸੇ ਜ਼ਿਆਦਾ ਨਹੀਂ ਆਉਂਦਾ, ਤੁਹਾਨੂੰ ਸਾਰਾ ਕੁਝ ਪਤਾ ਹੀ ਆ। ਪਿੰਡਾਂ ਦੇ ਵਿੱਚ ਅੰਦੋਲਨ ਜੇਕਰ ਜ਼ਮੀਨ ਦਾ ਖੜਾ ਕਰਦੇ ਆ ਤਾਂ ਪਿੰਡ ਦਾ ਗਰੀਬ ਵਰਗ, ਪਿੰਡ ਦਾ ਮਜ਼ਦੂਰ ਵਰਗ, ਪਿੰਡ ਦਾ ਮਜਬੂਰ ਵਰਗ, ਕੁਚਲਿਆ ਹੋਇਆ, ਉਹ ਦੁਬਾਰਾ ਅੰਦੋਲਨ ਦੇ ਨਾਲ ਖੜਦੇ ਹੋਊਗਾ। ਸ਼ਹਿਰਾਂ ਨੂੰ ਕਿੱਦਾਂ ਜੋੜਨਾ? ਸ਼ਹਿਰਾਂ ਦੇ ਵਿੱਚ ਜਿਹੜਾ ਕਾਰਪੋਰੇਟਰ ਘਰਾਣੇ ਆ, ਕਾਰਪੋਰੇਟਰ ਘਰਾਣੇ ਯੂਥ ਦਾ ਘਾਣ ਕਰ ਰਹੇ ਆ। ਪ੍ਰਾਈਵੇਟ ਅਦਾਰੇ ਜਿੰਨੇ ਪ੍ਰਾਈਵੇਟ ਸੈਕਟਰ ਨੇ, ਪ੍ਰਾਈਵੇਟ ਫੈਕਟਰੀਆਂ ਹੋਣ ਚਾਹੇ ਆ ਪ੍ਰਾਈਵੇਟ ਵੱਡੇ ਵੱਡੇ ਮਾਲ ਬਣੇ ਹੋਏ ਆ, ਵੱਡੇ ਵੱਡੇ ਸ਼ਾਪਿੰਗ ਕੰਪਲੈਕਸ ਬਣੇ ਹੋਏ ਆ, ਵੱਡੇ ਵੱਡੇ ਜਿਹੜੇ ਵਪਾਰਕ ਅਦਾਰੇ ਨੇ ਨਾ, ਇਹ ਸ਼ੋਸ਼ਣ ਕਰਦੇ ਨੇ ਯੂਥ ਦਾ। ਉਹਨਾਂ ਨੂੰ ਇਹ ਲਾਮਬੰਦ ਕਰਕੇ ਕਾਰਪੋਰੇਟਰ ਘਰਾਣਾ ਦੇ ਖਿਲਾਫ ਵੀ ਸ਼ਹਿਰ 'ਚ ਵੀ ਮੋਰਚਾ ਲਾਇਆ ਜਾ ਸਕਦਾ ਹੈ, ਲੱਗਣਾ ਚਾਹੀਦਾ ਆ। ਇਹ ਬਹੁਤ ਗੰਭੀਰ ਵਿਸ਼ੇ ਹੈ। ਦੋ ਪਿੰਡ ਦੀਆਂ ਜ਼ਮੀਨਾਂ ਔਰ ਸ਼ਹਿਰਾਂ ਦੇ ਕਾਰਪੋਰੇਟਰ ਘਰਾਣੇ, ਔਰ ਇਹ ਕਾਰਪੋਰੇਟਰ ਘਰਾਣੇ ਉਹੀ ਨੇ ਜਿਹੜੇ ਪਿੰਡਾਂ ਦੇ ਵਿੱਚ ਇਹ ਪੰਚਾਇਤੀ ਜ਼ਮੀਨਾਂ ਨੂੰ ਖੁਦ ਕਰਕੇ ਖਰੀਦ ਚੁੱਕੇ ਨੇ। ਇਹੀ ਘਰਾਣੇ ਨੇ। ਇਸ ਕਰਕੇ ਇਹਨਾਂ ਨੂੰ ਨਕੇਲ ਪਾਉਣਾ, ਇਹਨਾਂ ਦੇ ਸ਼ਿਕੰਜਾ ਕੱਸਣਾ ਬਹੁਤ ਜ਼ਰੂਰੀ ਆ। ਮਾਲਵਾ ਜੇ ਖੂਨੀ ਸੰਘਰਸ਼ ਕਰਦਾ ਆ ਤੇ ਉਹ ਜਿੱਤ ਵੀ ਪ੍ਰਾਪਤ ਕਰਦਾ ਹੈ, ਤੇ ਦੁਆਬੇ ਵਾਲੇ ਸਿਰਫ ਕੱਚੇ ਹੀ ਵਜਾਉਂਦੇ ਆ ਤੇ ਅਸੀਂ ਆ ਤੇ ਅਸੀਂ ਉਹ ਆ, ਮਾਫ ਕਰਨਾ, ਲੇਕਿਨ ਨਤੀਜਾ ਦੇਣ 'ਚ ਬਹੁਤ ਪਿੱਛੇ ਆ। ਇਹ ਹੁਣ ਦਿਮਾਗ ਨੂੰ ਆਲਸ ਪਈ ਹੋਈ ਆ, ਰੱਜਵੀਂ ਰੋਟੀ ਖਾਂਦੇ ਆ ਤੇ ਫਰਕ ਹੀ ਨਹੀਂ ਪੈਂਦਾ ਕੋਈ। ਉਹ ਭਰਾ ਕੋਲ 55,000 ਨੂੰ ਨਹੀਂ ਲਿਆ ਹੋਇਆ ਕਿਲਾ, ਨਾ ਅਸੀਂ ਛੱਡ ਪਰਾਂ ਤੋਂ ਕੀ ਲੈਣਾ। ਉਹ ਵਿਵਸਥਾ ਨੂੰ ਪਰਿਵਰਤਨ ਕਰਨੇ ਦੀ, ਉਹ ਵਿਵਸਥਾ ਦੇ ਖਿਲਾਫ ਅੰਦੋਲਨ ਖੜਾ ਕਰਨੇ ਦੀ, ਮੂਵਮੈਂਟ ਖੜੀ ਕਰਨੇ ਦੀ ਲੋੜ ਆ।